ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਨੀਆ ਨਾ ਸਲਾਹੇ ਜੋ ਮਰ ਵੰਸੀ। ਲੋਕਾ ਨਾ ਸਲਾਹੇ ਜੋ ਮਰ ਖਾਕ ਥੀ। ਦੁਨੀਆ ਨਾ ਸਲਾਹੇ ਜੋ ਮਰ ਵੰਸੀ। ਲੋਕਾ ਨਾ ਸਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ। ਸੱਚਾ ਵੇ ਪਰਵਾਹੋ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ। ਸੱਚਾ ਵੇ ਪਰਵਾਹੋ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀਓ, ਇਲਾਹੀ ਬੋਲ ਆਪ ਜੀ ਨੇ ਸ਼ਰਵਨ ਕੀਤੇ ਹਨ। ਸਿੰਘ ਸਾਹਿਬ ਜੀ ਗੁਰਸੇਵਕ ਸਿੰਘ ਜੀ ਦੀ ਮਿੱਠੀ ਰਸਨਾ ਚੋਂ ਮਿੱਠੀ ਆਵਾਜ਼ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਇਹ ਬੋਲ ਹਨ ਕਿ ਅੰਮ੍ਰਿਤ ਬਾਣੀ ਘਟ ਤੇ ਉਚਰੋ ਆਤਮ ਕੋ ਸਮਝਾਓ। ਇਲਾਹੀ ਬੋਲ ਜੇ ਘਟ ਤੋਂ ਉਚਾਰਨ ਕੀਤੇ ਜਾਣ ਤਾਂ ਉਹ ਸਿੱਧੇ ਹੀ ਮਨੁੱਖ ਦੇ ਹਿਰਦੇ ਤੱਕ ਪਹੁੰਚ ਜਾਂਦੇ ਨੇ, ਹਿਰਦੇ ਤੱਕ। ਕਿਉਂਕਿ ਸੰਤ ਸਿੰਘ ਜੀ ਮਸ਼ਕੀਨ ਕਹਿੰਦੇ ਸੀ, ਜਿਸਨੇ ਬੋਲ ਉਚਾਰਨ ਕਰਕੇ ਸੁਣਾਏ ਨੇ ਸੰਗਤਾਂ ਦੇ ਸਾਹਮਣੇ, ਜੇ ਉਹਦੇ ਅੰਦਰ ਪ੍ਰਭੂ ਦਾ ਪ੍ਰੇਮ ਹੈ, ਉਹ ਪ੍ਰੇਮ ਆਪ ਜੀ ਦੇ ਹਿਰਦੇ ਤੱਕ ਪਹੁੰਚੇਗਾ। ਜੇ ਆਪਣੇ ਕੋਲ ਹੀ ਪ੍ਰੇਮ ਨਹੀਂ ਹੈ ਤੇ ਗੁਸਤਾਖੀ ਮਾਫ। ਫਿਰ ਜਿਸ ਨੂੰ ਕਹਿੰਦੇ ਨੇ ਖਾਲੀ ਬੰਦੂਕ ਚਲਾਣੀ ਤੇ ਫਿਰ ਹੋਣਾ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ। ਜਿਤਨੇ ਪ੍ਰੇਮ ਅਦਬ ਨਾਲ ਆਪ ਜੀ ਨੂੰ ਸ਼ਰਵਨ ਕਰਾਏ ਹਨ ਬੋਲ ਗੁਰੂ ਅਮਰਦਾਸ ਸਾਹਿਬ ਜੀ ਦੇ। ਰਾਗ ਸੋਹੀ ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੇ ਪਾਵਨ ਸ਼ਬਦ ਸੁਸ਼ੋਭਿਤ ਹੈ 755 ਅੰਗ ਤੇ। ਘਰ ਦਸਵਾਂ ਇਹ ਸੁਰ ਤਾਲ ਦੀ ਮਰਿਆਦਾ। ਸ਼ਬਦ ਬਹੁਤ ਵੱਡਾ ਹੈ
ਮੈਂ ਸ਼ਬਦਿਕ ਅਰਥਾਂ ਦੇ ਵਿੱਚ ਹੀ ਆਪ ਜੀ ਦੇ ਸਾਹਮਣੇ ਅਰਜ਼ ਕਰਾਂਗਾ, ਪਰ ਥੋੜਾ ਧਿਆਨ ਦੇ ਨਾਲ ਸੁਣਨਾ, ਕਿਉਂਕਿ ਕਈ ਦਫਾ ਕੀ ਹੁੰਦਾ ਹੈ, ਸ਼ਬਦ ਸੁਣ ਕੇ ਵੀ ਨਹੀਂ ਸੁਣ ਪਾਏ। ਕਾਰਨ ਕੀ ਸੀ? ਧਿਆਨ ਕਿਧਰੇ ਹੋਰ ਪਾਸੇ ਸੀ, ਤਨ ਕਰਕੇ ਬੈਠੇ ਸੀ, ਮਨ ਕਿਧਰੇ ਹੋਰ ਸੀ, ਤੇ ਗੁਸਤਾਖੀ ਮਾਫ, ਸੁਣ ਕੇ ਵੀ ਨਹੀਂ ਸੁਣ ਪਾਏ। ਲਿਖਾਰੀਆਂ ਦੀ ਦੁਨੀਆ ਦੇ ਵਿੱਚ ਇੱਕ ਮਰਿਆਦਾ ਹੈ ਕਿ ਕੁਝ ਵੀ ਲਿਖਣਾ ਹੋਵੇ ਤਾਂ ਪਹਿਲਾਂ ਮੰਗਲਾਚਰਨ। ਫਿਰ ਕੋਈ ਮੰਗਲਾਚਰਨ ਕਰਦਾ ਸੀ ਸਰਸਵਤੀ ਦਾ, ਤੇ ਕੋਈ ਮੰਗਲਾਚਰਨ ਕਰਦਾ ਸੀ ਸ਼੍ਰੀ ਗਣੇਸ਼ ਜੀ ਦਾ। ਰਹਿਬਰੀ ਪੁਰਸ਼ਾਂ ਦੀ ਸ਼੍ਰੰਖਲਾ ਵਿੱਚ ਜਦੋਂ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਆਏ, ਆਪ ਜੀ ਨੇ ਮੰਗਲਾਚਰਨ ਨਾ ਸਰਸਵਤੀ ਦਾ ਕੀਤਾ, ਨਾ ਗਣੇਸ਼ ਜੀ ਦਾ ਕੀਤਾ। ਆਪ ਜੀ ਨੇ ਮੰਗਲਾਚਰਨ ਕੀਤਾ ਇੱਕ ਦਾ, ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਥੋੜਾ ਜਿਹਾ ਮੈਂ ਵਿਸਤਾਰ ਦੇ ਦਵਾਂ ਕਿ ਸਾਡੇ ਮੁਲਕ ਦੇ ਵਿੱਚ ਜਿਹੜੀ ਔਮ ਦੀ ਧੁਨ ਅਲਾਪੀ ਜਾਂਦੀ ਹੈ, ਤੇ ਇੱਕ ਮਨੌਤ ਹੈ ਕਿ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕੋਈ ਹੋਰ ਹੈ, ਰੋਜੀ ਦੇਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ, ਜਿਸ ਨੂੰ ਕਹਿੰਦੇ ਨੇ ਸ਼ਿਵ ਜੀ ਮਹਾਰਾਜ ਪਿਰਲੋ ਦਾਤੇ ਨੇ, ਵਿਸ਼ਨੂੰ ਜੀ ਮਹਾਰਾਜ ਜਗਤ ਨੂੰ ਰਿਜ਼ਕ ਦੇ ਰਹੇ ਨੇ, ਔਰ ਬ੍ਰਹਮਾ ਜੀ ਮਹਾਰਾਜ ਜਗਤ ਨੂੰ ਬਣਾ ਰਹੇ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਨਹੀਂ, ਬਣਾਉਣ ਵਾਲਾ ਵੀ ਉਹ ਇੱਕ ਹੈ, ਰੋਜੀ ਦੇਣ ਵਾਲਾ ਵੀ ਇੱਕ ਹੈ, ਫਿਰ ਮਿਟਾਉਣ ਵਾਲਾ ਵੀ ਇੱਕ ਹੈ। ਆਪ ਜੀ ਦੀ ਰਸਨਾ ਚੋਂ ਬੋਲ ਨਿਕਲੇ ਇੱਕ ਓੰਕਾਰ, ਆਕਾਰ, ਉਕਾਰ, ਮਕਾਰ, अर्ध बिंद फुन जान, तीनों के समुदाय से एक ओंकार पछान। तो वो एक किसती रहमत नाल प्राप्त होवेगा? आप जी कहते ने सतगुरु प्रसाद, गुरु दे बोल ये तू कबूल कर, ते एक नाल मिलन होवेगा। धन गुरु अमरदास साहब दे जो बोल हन, आप जी ने श्रवण कीते मेरे अजीज मित्र गुरसेवक सिंह जी पासों। दुनिया ना सालाहे जो मर वन सी, है पुरखा तो दुनिया की तारीफ क्यों करदा है इतनी, खुशामद क्यों करदा है? जो दुनिया अज है कल नहीं होवेगी, कल नहीं होवेगी। लोकां ना सालाहे जो मर खाक थी, जिन्हां दी तू तारीफ करदा पिया है, इसने अज नहीं तो कल खाक हो जाना है। मैंने छोटी जी गल चेते आ गई बलेशाह दी। बलेशाह कहता है मिट्टी का बनिया होया मनुख मिट्टी के हथियारों नाल टाकरा करता है, मिट्टी के मनुख दे नाल, मिट्टी वास्ते ही जंग करता है, और जंग करदियां करदियां एक दिन आप भी खाक हो जाता है, मिट्टी हो जाता है, मिट्टी की खेट है। तो साहिब कहते ने लोकां ना सालाहे जो मर खाक थे, ते फिर की करिए? वाह मेरे साहिबा वाह, ऐ प्रभु तू धन है तो वाह है। जदों मनुख दी बिरती दे विच सोच मंडल सीमित हो जावे, बोलण वास्ते कुछ भी ना रवे, उदों बोल निकलदे ने वाह। हैरान कुन अवस्था, विस्माद की अवस्था, कहने वास्ते कुछ भी नहीं बचिया। ऐ मेरे प्रभु तू धन है, गुरमुख सदा सलाही है, सच्चा वे परवाह। गुरु दे बोल सुन के उस तू सलाह, उसकी सिफत कर जो वे परवाह है। तो फिर वे परवाह नूं जपदियां जपदियां मनुख की अवस्था कित्थे तक पहुँचती है? साहिब जी बख्शीशां करते ने। सतनाम श्री वाहिगुरु साहिब जी। राग सूही महला तीजा घर दसवा। एक ओंकार सतगुर प्रसाद।
ਦੁਨੀਆ ਨਾ ਸਲਾਹੇ ਜੋ ਮਰ ਵੰਯਸੀ, ਲੋਕਾ ਨਾ ਸਲਾਹੇ ਜੋ ਮਰ ਖਾਕ ਥੀ। ਇਹ ਖਿਆਲਾਤ ਆਪ ਜੀ ਦੇ ਸਾਹਮਣੇ ਨੇ, ਕਿਉਂਕਿ ਮਨੁੱਖ ਦੀ ਇੱਕ ਫਿਤਰਤ ਹੈ, ਮਨੁੱਖ ਆਪਣੀ ਤਾਰੀਫ ਕਰਾਂਦਾ ਹੈ ਮਨੁੱਖ ਪਾਸੋਂ, ਤੇ ਗੁਸਤਾਖੀ ਮਾਫ। ਮਨੁੱਖ ਦੀ ਵੀ ਫਿਤਰਤ ਹੈ, ਦੂਜੇ ਦੀ ਤਾਰੀਫ ਕਰਦਾ ਹੈ, ਤਾਰੀਫ ਕਰਦਾ ਹੈ। ਆਪ ਜੀ ਨੇ ਬਹੁਤ ਦਫਾ ਦੇਖਿਆ ਕਿ ਮਨੁੱਖ ਮਨੁੱਖ ਤੋਂ ਤਾਰੀਫ ਕਰਾਂਦਾ ਹੈ, ਔਰ ਜੇ ਕਿਧਰੇ ਮਨੁੱਖ ਤਾਰੀਫ ਕਰਨੋਂ ਹਟ ਜਾਂਦਾ ਹੈ ਤੇ ਫਿਰ ਕੀ ਹੁੰਦਾ ਹੈ, ਫਿਰ ਦੀਵਾਰਾਂ ਤੋਂ ਤਾਰੀਫ ਕਰਾਂਦਾ ਹੈ, ਪੱਥਰਾਂ ਤੋਂ ਤਾਰੀਫ ਕਰਾਂਦਾ ਹੈ। ਥਾਂ ਥਾਂ ਤੇ ਪੱਥਰ ਲੱਗੇ ਹੁੰਦੇ ਨੇ, ਇਹ ਸੇਵਾ ਫਲਾਣੇ ਬੰਦੇ ਨੇ ਕੀਤੀ ਹੈ, ਫਲਾਣੇ ਬੰਦੇ ਨੇ ਕੀਤੀ ਹੈ। ਪਰ ਇਸ ਨੂੰ ਕੌਣ ਦੱਸੇ ਕਿ ਸਮੇਂ ਦੇ ਮੁਤਾਬਿਕ ਜਦੋਂ ਉਹ ਮਨੁੱਖ ਤੇਰੀ ਤਾਰੀਫ ਕਰਦਿਆਂ ਕਰਦਿਆਂ ਰੁਖਸਤ ਕਰ ਗਿਆ, ਇੱਕ ਦਿਨ ਇਹ ਪੱਥਰ ਜੋ ਨਿਰਜੀਵ ਹੈ ਇਹ ਵੀ ਖਤਮ ਹੋ ਜਾਏਗਾ। ਦੁਨੀਆ ਨਾ ਸਾਲਾਹੇ ਜੋ ਮਰ ਵੰਨਸੀ, ਜਿਸਨੇ ਫਨਾ ਹੋ ਜਾਣਾ ਉਹਦੀ ਤਾਰੀਫ ਨਾ ਕਰ। ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ, ਤੋ ਦੁਨੀਆ ਦੀ ਤੇ ਲੋਕਾਂ ਦੀ ਤਾਰੀਫ ਨਾ ਕਰ, ਕਿਉਂਕਿ ਇਹਨਾਂ ਨੇ ਇੱਕ ਦਿਨ ਖਾਕ ਹੋ ਜਾਣਾ ਜੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ, ਸੱਚਾ ਵੇ ਪਰਵਾਹੋ। ਵਾਹ ਮੇਰੇ ਸਾਹਿਬਾ ਵਾਹ, ਤੋ ਧਨ ਹੈ, ਤੋ ਧਨ ਹੈ। ਕਿਉਂਕਿ ਆਪ ਜੀ ਨੇ ਜੋ ਮਖਲੂਕ ਬਣਾਈ ਹੈ, ਵੱਖ-ਵੱਖ ਕਿਸਮ ਦੇ ਜੀਵ, ਵੱਖ-ਵੱਖ ਕਿਸਮ ਦੇ ਪੰਛੀ, ਵੱਖ-ਵੱਖ ਕਿਸਮ ਦੇ ਪਸ਼ੂ, ਤੇ ਕਈ ਦਫਾ ਮੈਂ ਹੈਰਾਨ ਹੋ ਜਾਣਾ ਕਿ ਇੱਕ ਕਬੂਤਰ ਕव्ਵੇ ਨਾਲ ਮੇਲ ਨਹੀਂ ਖਾਂਦਾ, ਕਬੂਤਰ ਕੋਇਲ ਨਾਲ ਮੇਲ ਨਹੀਂ ਖਾਂਦਾ, ਸ਼ੇਰ ਗਊ ਨਾਲ ਮੇਲ ਨਹੀਂ ਖਾਂਦੀ। ਜੇ ਹੋਰ ਕਿਧਰੇ ਗਰਾਈ ਵਿੱਚ ਜਾਈਏ ਤਾਂ ਇੱਕ ਸ਼ੇਰ ਦੂਜੇ ਸ਼ੇਰ ਨਾਲ ਮੇਲ ਨਹੀਂ ਖਾਂਦਾ, ਇੱਕ ਮਨੁੱਖ ਦੂਜੇ ਮਨੁੱਖ ਦੇ ਨਾਲ ਮੇਲ ਨਹੀਂ ਖਾਂਦਾ। ਤੇ ਜੇ ਕਿਧਰੇ ਆਪਾਂ ਹੋਰ ਗਰਾਈ ਵਿੱਚ ਵਿਚਾਰ ਕਰੀਏ ਤਾਂ ਇੱਕ ਮਨੁੱਖ ਦੇ ਥੰਬ ਦੇ ਨਿਸ਼ਾਨ ਦੂਜੇ ਮਨੁੱਖ ਦੇ ਥੰਬ ਦੇ ਨਿਸ਼ਾਨ ਵਰਗੇ ਨਹੀਂ ਹਨ। ਤਾਂ ਕਿਤਨੀ ਤਸਵੀਰਾਂ, ਕਿਤਨੀ ਮੂਰਤਾਂ ਉਸ ਪ੍ਰਭੂ ਦੇ ਦਰਬਾਰ ਵਿੱਚ ਮੌਜੂਦ ਨੇ। ਸਾਹਿਬ ਕਹਿੰਦੇ ਨੇ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੇ ਪਰਵਾਹ। ਤੂੰ ਗੁਰੂ ਦੇ ਬੋਲ ਲੈ ਕੇ ਉਹਦੀ ਸਿਫਤ ਕਰ, ਕਿਉਂਕਿ ਕਈ ਦਫਾ ਲੋਕ ਪੁੱਛਦੇ ਨੇ, ਗਿਆਨੀ ਜੀ ਸਿਫਤ ਕਿਵੇਂ ਕਰੀਏ ਪ੍ਰਭੂ ਦੀ, ਗੁਰੂ ਦੀ ਸੇਵਾ ਕਿਵੇਂ ਕਰੀਏ? ਤਾਂ ਮੈਂ ਅਰਜ਼ ਕਰਨਾ, ਗੁਰ ਕੀ ਸੇਵਾ ਗੁਰੂ ਸ਼ਬਦ ਵਿਚਾਰ ਹੈ। ਜਿਵੇਂ ਜਿਵੇਂ ਗੁਰੂ ਦੇ ਬੋਲ ਸੁਣਦੇ ਗਏ ਔਰ ਜੀਵਨ ਵਿੱਚ ਉਤਾਰਦੇ ਗਏ, ਉਹ ਆਪ ਨਿਰੰਕਾਰ ਬੇਪਰਵਾਹ ਹੈ। ਸਮਾਂ ਪਾ ਕੇ ਆਪ ਜੀ ਨੂੰ ਵੀ ਉਹ ਬੇਪਰਵਾਹ ਬਣਾ ਦੇਵੇਗਾ ਜੀ। ਰਹਾਉ ਦੁਨੀਆ ਕੇਰੀ ਦੋਸਤੀ, ਮਨਮੁਖ ਦਜ ਮਰਨ, ਜਮਪੁਰ ਬੱਦੇ ਮਾਰੀ ਹੈ, ਵੇਲਾ ਨਾ ਲਾਹਨ। ਸਾਹਿਬ ਜੀ ਕਹਿੰਦੇ ਨੇ, ਦੁਨੀਆ ਕੇਰੀ ਦੋਸਤੀ, ਮਨਮੁਖ ਦਜ ਮਰਨ। ਜਿਹੜੀ ਦੁਨੀਆ ਦੀ ਦੋਸਤੀ ਹੈ ਉਹ ਕਿਸੇ ਨਾ ਕਿਸੇ ਤਲ ਤੇ ਖੜੀ ਹੈ, ਤਲ ਤੇ ਖੜੀ ਹੈ। ਕਿਸ ਤਲ ਤੇ? ਮਨੁੱਖ ਕਹਿ ਦਿੰਦਾ ਹੈ ਕਿ ਮੈਂ ਤੇਰੇ ਵਾਸਤੇ ਕੁਝ ਕਰਾਂ, ਤੂੰ ਮੇਰੇ ਵਾਸਤੇ ਕੁਝ ਕਰ। ਯੂ ਡੂ ਦਿਸ ਫॉर ਮੀ ਐਂਡ ਆਈ ਵਿਲ ਡੂ ਦੈਟ ਫॉर ਯੂ। ਕੁਝ ਤੂੰ ਮੈਨੂੰ ਦੇ, ਕੁਝ ਮੈਂ ਤੈਨੂੰ ਦੇਵਾਂ। ਇੱਕ ਦੂਜੇ ਦੀ ਜਿਹੜੀ ਦੋਸਤੀ ਹੈ ਮੰਗ ਤੇ ਖੜੀ ਹੋਈ ਹੈ। ਜਿਸ ਦਿਨ ਮੰਗ ਖਤਮ ਹੋ ਗਈ, ਲੈਣ ਦੇਣ ਖਤਮ ਹੋ ਗਿਆ, ਕਹਿੰਦੇ ਨੇ ਫਿਰ ਉਹ ਦੋਸਤੀ ਵੀ ਉੱਥੇ ਹੀ ਖਤਮ ਹੋ ਜਾਂਦੀ ਹੈ। ਜਮਪੁਰ ਬੱਧੇ ਮਾਰੀ ਹੈ, ਵੇਲਾ ਨਾ ਲਹਿਨ। ਜਮ ਕਿਸ ਨੂੰ ਕਹਿੰਦੇ ਨੇ? ਕਈ ਦਫਾ ਅਸੀਂ ਸਮਝ ਲੈਂਦੇ ਹਾਂ ਕਿ ਸ਼ਾਇਦ ਜਮ ਉਹਨਾਂ ਦੀ ਕੋਈ ਤਸਵੀਰ ਹੋਵੇਗੀ, ਪਰ ਨਹੀਂ। ਆਲਮਾਂ ਦਾ ਕਹਿਣਾ ਹੈ ਕਿ ਜਮ ਇੱਕ ਐਸੀ ਸ਼ਕਤੀ ਹੈ ਜੋ ਵਾਰ-ਵਾਰ ਜੰਮਣ ਤੇ ਮਜਬੂਰ ਕਰਦੀ ਹੈ। ਜਮ ਜਮ ਮਰੇ
मरै फिर जम्मै बहुत सजाए भया देश लम्मै। ਵਾਰ ਵਾਰ ਜਨਮ ਲੈਣਾ, ਵਾਰ ਵਾਰ ਮਰਨਾ। ਕਹਿੰਦੇ ਨੇ ਫਿਰ ਤੈਨੂੰ ਐਸਾ ਵੇਲਾ ਪ੍ਰਾਪਤ ਨਹੀਂ ਹੋਵੇਗਾ ਜੋ ਅੱਜ ਤੈਨੂੰ ਮੌਕਾ ਮਿਲਿਆ ਹੋਇਆ। ਇਤਨਾ ਸੁੰਦਰ ਸਰੀਰ ਤੂੰ ਦੇਖ ਸਕਦਾ ਹੈ, ਤੂੰ ਬੋਲ ਸਕਦਾ ਹੈ, ਤੂੰ ਗਾ ਸਕਦਾ ਹੈ, ਕਿਉਂਕਿ ਇਹ ਜੋ ਬੋਲਣ ਦੀ ਜਿਹੜੀ क्षमता ਹੈ ਔਰ ਹੱਸਣ ਦੀ ਜਿਹੜੀ ਸੌਗਾਤ ਹੈ, ਇਹ ਪਰਮਾਤਮਾ ਨੇ ਇੱਕ ਮਨੁੱਖ ਦੀ ਝੋਲੀ ਵਿੱਚ ਪਾਈ ਹੈ। ਕਦੇ ਪਸ਼ੂ ਨੂੰ ਹੱਸਦੇ ਨਹੀਂ ਦੇਖਿਆ, ਕਦੇ ਪਸ਼ੂ ਨੂੰ ਪ੍ਰਭੂ ਦੇ ਗੀਤ ਗਾਉਂਦੇ ਨਹੀਂ ਦੇਖਿਆ। ਕਾਰਨ ਕੀ ਹੈ? ਕਿਉਂਕਿ ਪਸ਼ੂ ਨੇ ਪਸ਼ੂ ਬਣਨਾ ਸੀ, ਬਣ ਗਿਆ, ਬਣ ਗਿਆ। ਕੁੱਤੇ ਨੇ ਕੁੱਤਾ ਬਣਨਾ ਸੀ, ਗੁਸਤਾਖੀ ਮਾਫ, ਬਣ ਗਿਆ। ਸ਼ੇਰ ਨੇ ਸ਼ੇਰ ਬਣਨਾ ਸੀ, ਸ਼ੇਰ ਬਣ ਗਿਆ। ਇਸ ਤੋਂ ਅਗਾਂਹ ਕੁਝ ਨਹੀਂ ਬਣੇਗਾ। ਪਰ ਹਾਂ, ਮਨੁੱਖ ਦੇ ਵਿੱਚ ਬਹੁਤ ਕੁਝ ਸੰਭਾਵਨਾ ਹੈ। ਮਨੁੱਖ ਚਾਹੇ ਤਾਂ ਦੇਵਤਾ ਬਣ ਸਕਦਾ ਹੈ, ਮਨੁੱਖ ਚਾਹੇ ਤਾਂ ਫਿਰ ਪਸ਼ੂ ਵੀ ਬਣ ਸਕਦਾ ਹੈ, ਜੇ ਕਿਧਰੇ ਉਹਨੂੰ ਸੰਗਤ ਮਿਲ ਜਾਵੇ। ਤਾਂ ਸਾਹਿਬ ਕਹਿੰਦੇ ਨੇ ਤੂੰ ਉਸ ਨਿਰੰਕਾਰ ਦੀ ਸੰਗਤ ਕਰ। ਇਹ ਅੱਜ ਤੇਰੇ ਕੋਲ ਸਮਾਂ ਹੈ, ਅੱਜ ਮੌਕਾ ਹੈ। गुरमुख जन्म सकार था, सच्चे शब्द लगान। आत्म राम प्रगासिया, सहजे सुख रहान। ਕਹਿੰਦੇ ਨੇ ਗੁਰਮੁਖਾਂ ਦਾ ਜਨਮ ਸਕਾਰਤ ਹੈ, ਲਾਹਾ ਲੈ ਗਏ ਨੇ। ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆ ਗਈ, ਉਦਾਹਰਨ ਆਪ ਜੀ ਦੇ ਸਾਹਮਣੇ ਰੱਖਾਂ। ਕਬੀਰ ਸਾਹਿਬ ਮਹਾਰਾਜ ਨੂੰ ਕਿਸੇ ਨੇ ਆ ਕੇ ਕਿਹਾ, ਮਹਾਰਾਜ ਕੋਈ ਪੂਰਾ ਹੋ ਗਿਆ। ਧੰਨ ਕਬੀਰ ਸਾਹਿਬ ਮਹਾਰਾਜ ਕਹਿਣ ਲੱਗੇ, ਹਾਂ ਲੱਗਦਾ ਹੈ ਕੋਈ ਜੁਆਰੀ ਜੂਏ ਦੀ ਬਾਜੀ ਹਾਰ ਕੇ ਚਲਾ ਗਿਆ ਹੈ। ਮਹਾਰਾਜ ਇਸਨੇ ਕਦੇ ਜੂਆ ਤਾਂ ਖੇਡੀ ਨਹੀਂ ਹੈ, ਪਰ ਬਾਜੀ ਕਿਵੇਂ ਹਾਰ ਗਿਆ? ਤਾਂ ਧੰਨ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਮੈਂ ਤਾਂ ਪੁਕਾਰ ਪੁਕਾਰ ਕੇ ਕਹਿਣਾ, ਪੁਕਾਰ ਪੁਕਾਰ ਕੇ, ਕਿ ਜੀਵਨ ਦੀ ਬਾਜੀ ਤੂੰ ਜਿੱਤ ਕੇ ਜਾ ਰਿਹਾ ਹੈ ਜਾਂ ਹਾਰ ਕੇ ਜਾ ਰਹੀ ਹੈ? ਹਾਰ ਕੇ ਜਾ ਰਹੀ ਹੈ। ਗੁਸਤਾਖੀ ਮਾਫ, ਕਈਆਂ ਦੀ ਜਿਹੜੀ ਜੀਵਨ ਦੀ ਬਾਜੀ ਹੈ ਉਹ ਤਾਂ ਹਾਰ ਕੇ ਹੀ ਜਾਂਦੇ ਨੇ। ਵਿਰਲੇ ਹਨ ਜਿਹੜੇ ਕਿ ਇਸ ਬਾਜੀ ਨੂੰ ਜਿੱਤ ਕੇ ਜਾਂਦੇ ਨੇ। ਗੁਰਮੁਖ ਜਨਮ ਸਕਾਰ ਥਾ, ਸੱਚੇ ਸ਼ਬਦ ਲਗਨ। ਹੁਣ ਸ਼ਬਦ ਕੀ ਹੈ? ਕਈ ਦਫਾ ਤਾਂ ਧਿਆਨ ਦੇਣਾ, ਸ਼ਬਦ ਉਪਦੇਸ਼ ਨੂੰ ਕਹਿੰਦੇ ਨੇ, ਸ਼ਬਦ ਨਾਦ ਨੂੰ ਕਹਿੰਦੇ ਨੇ, ਸ਼ਬਦ ਧੁਨ ਨੂੰ ਕਹਿੰਦੇ ਨੇ, ਸ਼ਬਦ ਗਿਆਨ ਨੂੰ ਕਹਿੰਦੇ ਨੇ, ਸ਼ਬਦ ਪ੍ਰਕਾਸ਼ ਨੂੰ ਕਹਿੰਦੇ ਨੇ। ਪਰ ਜੇਕਰ ਗੱਜ ਕੇ ਮੈਂ ਅਰਜ਼ ਕਰਾਂ, ਮੂਲ ਰੂਪ ਵਿੱਚ ਸ਼ਬਦ ਤੋਂ ਭਾਵ ਹੈ ਗਿਆਨ, ਉਪਦੇਸ਼। ਤਾਂ ਜਿਨ੍ਹਾਂ ਨੇ ਇਸ ਉਪਦੇਸ਼ ਨੂੰ ਕਬੂਲ ਕਰ ਲਿਆ, ਆਤਮ ਰਾਮ ਪ੍ਰਗਾਸੀਆ, ਸਹਿਜੇ ਸੁਖ ਰਵਨ। ਕਹਿੰਦੇ ਨੇ ਆਤਮ ਰਾਮ ਪ੍ਰਗਾਸੀਆ। ਕਈ ਦਫਾ ਕੀ ਹੁੰਦਾ ਹੈ, ਜਦੋਂ ਅੰਤਿਮ ਸੰਸਕਾਰ ਤੇ ਜਾਂਦੇ ਆ, ਚੌਥੇ ਦੀ ਰਸਮ ਆਉਂਦੀ ਹੈ, ਤਾਂ ਕਹਿੰਦੇ ਨੇ ਇੱਕ ਹੱਡੀ ਦਾ ਟੁਕੜਾ ਲੈ ਕੇ ਕਹਿੰਦੇ ਨੇ ਇਹ ਆਤਮ ਰਾਮ ਹੈ। ਹੱਦ ਹੋ ਗਈ। ਆਤਮ ਰਾਮ ਸ਼ਬਦ ਨਿਰੰਕਾਰ ਵਾਸਤੇ ਜੁੜਿਆ ਹੈ, ਜੋ ਆਤਮਾ ਦਾ ਰਾਮ ਹੈ, ਆਤਮਾ ਦਾ ਮਾਲਿਕ। ਜਪਦੀਆਂ ਜਪਦੀਆਂ ਉਹ ਆਤਮ ਰਾਮ ਪ੍ਰਗਟ ਹੋ ਗਈ ਆ। ਹੁਣ ਕਿਸ ਤਰ੍ਹਾਂ ਪ੍ਰਗਟ ਹੋਏਗਾ? ਜੋ ਆਤਮ ਰਾਮ ਹੈ, ਜੋ ਸਾਡੇ ਪ੍ਰਾਣ ਹਨ, ਉਹ ਨਾਭੀ ਦੇ ਵਿੱਚ ਨੇ, ਥੋੜ੍ਹੇ ਜਿਹੇ ਖੁੱਲ੍ਹੇ ਨੇ, ਜਿਨ੍ਹਾਂ ਕਰਕੇ ਅਸੀਂ ਬੋਲ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ। ਹੁਣ ਇਸ ਨਾਭੀ ਤੇ ਚੋਟ ਲੱਗਦੀ ਹੈ, ਜਾਂ ਤਾਂ ਮੌਤ ਦੀ ਜਾਂ ਸ਼ਬਦ ਦੀ। ਜਦੋਂ ਇਸ ਨਾਭੀ ਤੇ ਚੋਟ ਲੱਗਦੀ ਹੈ ਮੌਤ ਦੀ, ਤਾਂ ਤਨ ਮਰ ਜਾਂਦਾ ਹੈ, ਮਨ ਨਹੀਂ ਮਰਿਆ। ਔਰ ਜੇ ਕਿਧਰੇ ਇਸ ਨਾਭੀ ਤੇ ਪ੍ਰਾਣਾਂ ਨੂੰ ਚੋਟ ਲੱਗਦੀ ਹੈ ਸ਼ਬਦ ਦੀ, ਤਾਂ ਫਿਰ ਮਨ ਮਰ ਜਾਂਦਾ ਹੈ, ਤਨ ਜੀਵਿਤ ਰਹਿੰਦਾ ਹੈ। ਜਿਹਦਾ ਮਨ ਮਰ ਗਿਆ ਤਾਂ ਸਮਝ ਲੈਣਾ ਕਿ ਆਤਮ ਰਾਮ ਪ੍ਰਗਾਸੀਆ, ਸਹਿਜੇ ਸੁਖ ਰਹਿਨ। ਉਹਨਾਂ ਦਾ ਸਾਰਾ ਹੀ ਜੀਵਨ ਸਹਿਜਤਾ ਵਿੱਚ ਹੈ, ਅਨੰਤਮਈ ਜੀਵਨ ਹੈ ਜੀ। ਗੁਰ ਕਾ ਸ਼ਬਦ ਵਿਸਾਰਿਆ, ਦੂਜੈ ਭਾਏ ਰਚਨ। ਤਿਸਨਾ ਭੁਖ ਨਾ ਉਤਰੈ, ਅਨ ਦਿਨ ਜਲਤ ਫਿਰਨ। ਸਾਹਿਬ ਕਹਿੰਦੇ ਨੇ ਗੁਰੂ ਕਾ ਜੋ ਸ਼ਬਦ ਸੀ ਵਿਸਾਰ ਦਿੱਤਾ।
द्वैत करके विसर गया उन शब्द। उपदेश विसर गया, मनुख की चेतना दे विच नहीं रहा। कई बारी मैं हैरान होना कि इक्को वार के 2 बार माँ ने कहा होना ये आप जी का पिता है, ये आप जी की दादी माँ है, ये आप जी का दादा जी है। सारे रिश्ते नाते सानू उड़क तक याद रहंदे ने, उड़क तक याद रहंदे ने। पर हैरानगी की गल है, निरंकार की गल रोज़ सुनाते हाँ, रोज़ सुनते हाँ, गुस्ताखी माफ तां भी रब साडे चित्त विच नहीं आ रहा है, साडे चेते विच नहीं आ रहा है। ਇਹਦਾ ਕਾਰਨ ਕੀ ਹੈ? ਕਹਿੰਦੇ ਨੇ ਦੂਜੇ ਭਾਈ ਰਚਨ, ਕਿਉਂਕਿ ਅਸੀਂ द्वैत ਵਿੱਚ ਰਚੇ ਗਏ ਹਾਂ ਤੇ ਤ੍ਰਿਸ਼ਨਾ ਕਰਕੇ, ਤ੍ਰਿਸ਼ਨਾ ਭੁੱਖ ਨਾ ਉਤਰੈ ਅੰਦਿਨ ਜਲਤ ਫਿਰਨ, ਤ੍ਰਿਸ਼ਨਾ ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ। ਜਿਤਨਾ ਕੁਝ ਮੇਰੇ ਕੋਲ ਹੈ ਇਹ ਥੋੜਾ ਹੈ। ਆਪ ਜੀ ਨੂੰ ਮੈਂ ਅਰਜ਼ ਕਰਾਂ, ਇਹ ਮਨ ਦੀ ਫਿਤਰਤ ਹੈ। ਮਨੁੱਖ ਦੇ ਕੋਲ ਜੋ ਕੁਝ ਨਹੀਂ ਹੈ ਉੱਥੇ ਮਨੁੱਖ ਦਾ ਧਿਆਨ ਜਾਂਦਾ ਹੈ, ਜੋ ਹੈ ਉਹਦੇ ਵੱਲ ਧਿਆਨ ਨਹੀਂ ਜਾਂਦਾ। ਸ਼ੇਖ ਸ਼ਾਦੀ ਸਾਹਿਬ ਕਹਿੰਦੇ ਸੀ, ਮੈਂ ਰੋਜ਼ ਖੁਦਾ ਨੂੰ ਕਹਿੰਦਾ ਸੀ, ਐ ਖੁਦਾ ਲੋਕ ਕਹਿੰਦੇ ਨੇ ਤੂੰ ਦਇਆਵਾਨ ਹੈ, ਪਰ ਮੈਂ ਕਹਿੰਦਾ ਤੂੰ ਦਇਆਵਾਨ ਨਹੀਂ ਹੈ। ਜਦੋਂ ਮਸਜਿਦ ਵਿੱਚ ਜਾਂਦੇ ਹਾਂ ਨਮਾਜ਼ ਅਦਾ ਕਰਨ ਵਾਸਤੇ, ਪੈਰ ਸੜਦੇ ਨੇ, ਇਤਨੇ ਵੀ ਪੈਸੇ ਨਹੀਂ ਨੇ कि जोड़े लेके पा लीए पैरों में, इतनी गरीबी है। तो शेख शादी साहब जी कहन लगे, एक दिन मेरी रसना चों बोल तो नहीं निकले पर मेरे नेत्र सजल हो गए जदों मैं एक ऐसे मनुख नूं देखिया जिन्हां दे दोवें पैर नहीं हन पर फिर भी खुदा दा शुकराना करदा पिया है। शुकराना, उहदे कोल पैर नहीं ने, वो खुदा दा शुकराना करदा पिया है। मेरे कोल चप्पल नहीं है, मैं गिला शिकवा करदा पिया। ये तृष्णा है, ਇਹਦੇ ਵਿੱਚ ਹੀ ਮਨੁੱਖ ਸੜਦਾ ਪਿਆ ਜੀ। ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਓ ਸਗਲੇ ਕੁਲ ਡੋਬਨ। ਦੁਸ਼ਟਾਂ ਨਾਲ ਦੋਸਤੀ, ਦੁਸ਼ਟ ਕਿਹੜੇ ਨੇ? मैं अर्ज करा, काम तो वड्डा दुष्ट कोई नहीं है, क्रोध तो वड्डा दुष्ट कोई नहीं है, लोभ ते अहंकार तो वड्डा दुष्ट कोई भी नहीं है, कोई नहीं है। पर हाँ, जे काम सीमा विच है तो सौगात है, जे काम सीमा तो बाहर हो गया विकार हो गया, विकार हो गया। जे लोभ सीमा दे विच है तो सौगात है, सीमा तो बाहर हो गया तो फिर विकार बन गया। तो इन्हों करके कहते ने फिर मनुख के जीवन विच जो इलाही भाव होंदे ने वो प्रगट नहीं होंदे ने। दुष्टां नाल दोस्ती कहते ने, नाल संतां वैर करन, जेड़े देवी गुण हन उन्हां दे नाल साडी दुश्मनी है, गुरमुखां दे नाल साडी दुश्मनी है। फिर हशर की होया, आप डुबे कुटुंब स्यों सगले कुल डोबन। आप तो डुब गया, कुल भी डुब गई, कुल भी डुब गई। हुण ये वेख लेना कि एक मनुख ने गुनाह किया, कहंदा ने आप भी डुब गया तो कुल भी डुब गया। इतनी वड्डी सज़ा, हाँ इतनी वड्डी सज़ा, क्योंकि साहिब ने फिर ये भी किया कि जे एक ने इबादत की है तो धन गुरु अंगद देव साहिब का पावन शब्द है कि जिने नाम ध्याया गए मशक्कत गाल, नानक ते मखोज ले होर केती छुट्टी नाल। गुरु अंगद देव साहिब का श्लोक है, होर शब्द जोड़ दिता कि संगी साथी सगल तराई, जे किधरे तेरा जीवन इस तरह का बन जाए तो। हाँ जी। निंदा भली किसै की नाही, मन मुख मुग्ध करन, मोह काले तिन निंदका, नरके घोर पवन। निंदा भली किसे की नहीं, मनुख कह देंदा है ज्ञानी जी जे किधरे मैं सच बोल रहा, किधरे निंदा तो नहीं हो रही किसी दी। पर निंदा किस नूं कहंदे ने? फुल नूं फुल कहना फुल दी तारीफ नहीं है,
ਕੰਡੇ ਨੂੰ ਕੰਡਾ ਕਹਿਣਾ ਕੰਡੇ ਦੀ ਨਿੰਦਾ ਨਹੀਂ ਹੈ। ਕੰਡੇ ਨੂੰ ਫੁੱਲ ਕਹਿ ਦੇਣਾ ਕੰਡੇ ਦੀ ਤਾਰੀਫ ਹੈ, ਔਰ ਫੁੱਲ ਨੂੰ ਕੰਡਾ ਕਹਿ ਦੇਣਾ ਇਹ ਫੁੱਲ ਦੀ ਤੋਹੀਨ ਹੈ, ਇਹ ਫੁੱਲ ਦੀ ਨਿੰਦਾ ਹੈ। ਤੋ ਬਾਬਾ ਫਰੀਦ ਜੀ ਕਹਿੰਦੇ ਸੀ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨ ਨਿੰਦਕਾਂ, ਨਰ ਕੈ ਘੋਰ ਪਵਨ। ਕਹਿੰਦੇ ਨੇ ਨਿੰਦਾ ਕਿਸੇ ਦੀ ਵੀ ਨਹੀਂ ਕਰਨੀ ਹੈ, ਕਿਸੇ ਦੀ ਵੀ ਨਹੀਂ ਕਰਨੀ। ਕਿਉਂਕਿ ਇੱਕ ਦਿਨ ਸੰਤ ਸਿੰਘ ਜੀ ਨੂੰ, ਮਸ਼ਕੀਨ ਜੀ ਨੂੰ ਕਿਸੇ ਨੇ ਪੁੱਛ ਲਿਆ, ਗਿਆਨੀ ਜੀ ਪਾਠ ਤਾਂ ਕਰਦੇ ਆ ਪਰ ਮਨ ਨਹੀਂ ਟਿਕਦਾ, ਇਹਦਾ ਕੁਝ ਫਲ ਮਿਲੇਗਾ? ਸੰਤ ਜੀ ਕਹਿਣ ਲੱਗੇ, ਜੇ ਮਨ ਨਹੀਂ ਟਿਕਦਾ ਤਾਂ ਘੱਟ ਤੋਂ ਘੱਟ ਉਤਨੀ ਦੇਰ ਕਿਸੇ ਦੀ ਨਿੰਦਾ ਤਾਂ ਨਹੀਂ ਕਰਦੇ, ਪਾਠ ਹੀ ਕਰਦੇ ਪਏ ਹੋ, ਕਿਸੇ ਦੀ ਨਿੰਦਾ ਨਹੀਂ ਕਰਨੀ, ਨਹੀਂ ਤਾਂ ਇਹਦੀ ਸਜ਼ਾ ਕੀ ਹੈ? ਨਰਕੇ ਘੋਰ ਪਵਨ। ਏ ਮਨ ਜੈਸਾ ਸੇਵਹਿ ਤੈਸਾ ਹੋਵਹਿ, ਤੇਹ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਐ ਮਨ ਨੂੰ ਇਹ ਉਪਦੇਸ਼ ਕੀਤਾ ਹੈ ਕਿ ਤੂੰ ਜਿਸ ਨੂੰ ਸੇਵੇਂਗਾ ਉਸੇ ਵਰਗਾ ਹੀ ਹੋ ਜਾਏਗਾ, ਉਸੇ ਵਰਗਾ ਹੀ। ਨਿਰੰਕਾਰ ਨੂੰ ਜਪਦੀਆਂ ਜਪਦੀਆਂ ਤੂੰ ਨਿਰੰਕਾਰ ਵਰਗਾ ਹੀ ਹੋ ਜਾਏਗਾ। ਉਸ ਨੂੰ ਜਪਦੀਆਂ ਜਪਦੀਆਂ ਤੇਰੇ ਜੀਵਨ ਦੇ ਵਿੱਚ ਜਿਹੜੇ ਕਰਮ ਹਨ ਉਹ ਸਮਰ ਜਾਣਗੇ। ਕਿਉਂ? ਕਿਉਂਕਿ ਇੱਕ ਬਹੁਤ ਵੱਡੀ ਮਰਿਆਦਾ ਹੈ। ਕਿਹੜੀ? ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਛੂ ਨਾ ਜਾਏ। ਆਪ ਜੀ ਨੂੰ ਖਬਰ ਹੈ, ਆਪ ਜੀ ਨੇ ਕਣਕ ਬੀਜੀ ਹੈ, ਤਾਂ ਆਪ ਜੀ ਦੀ ਬੀਜੀ ਹੋਈ ਕਣਕ ਕਈ ਦਫਾ ਅਮਰੀਕਾ ਪਹੁੰਚ ਜਾਂਦੀ ਹੈ, ਇੰਗਲੈਂਡ ਪਹੁੰਚ ਜਾਂਦੀ ਹੈ। ਬੀਜੀ ਆਪ ਜੀ ਨੇ, ਕਟਾਈ ਕਿਸੇ ਹੋਰ ਨੇ ਕੀਤੀ ਹੈ, ਆਟਾ ਕਿਸੇ ਹੋਰ ਨੇ ਤਿਆਰ ਕੀਤਾ ਹੈ, ਪ੍ਰਸ਼ਾਦੇ ਕੋਈ ਹੋਰ ਛਕਦਾ ਪਿਆ ਹੈ। ਪਰ ਧਾਰਮਿਕ ਦੁਨੀਆ ਦੇ ਵਿੱਚ ਐਸਾ ਨਹੀਂ ਹੈ। ਪੁਰਖਾ ਜੇ ਕਰਮ ਤੂੰ ਕੀਤੇ ਨੇ ਤੇ ਫਿਰ ਦੂਜਾ ਤੀਜਾ ਚੌਥਾ ਪੰਜਵਾ ਨਹੀਂ ਖਾਏਗਾ, ਤੈਨੂੰ ਹੀ ਖਾਣੇ ਪੈਣਗੇ। ਆਪੇ ਬੀਜ ਆਪੇ ਹੀ ਖਾਓ। ਜਦੋਂ ਸਾਨੂੰ ਖੁਦ ਨੂੰ ਹੀ ਖਾਣਾ ਪਏਗਾ ਤੇ ਫਿਰ ਮਾੜਾ ਬੀਜ ਕਿਉਂ ਬੀਜੀਏ? ਤਾਂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਤੂੰ ਆਪਣੇ ਜੀਵਨ ਨੂੰ ਸੰਵਾਰ, ਤੇ ਜਦੋਂ ਇਹ ਬੀਜ ਤੈਨੂੰ ਖੁਦ ਨੂੰ ਹੀ ਖਾਣਾ ਪਏਗਾ, ਦੂਜੇ ਤੀਜੇ ਤੇ ਤੂੰ ਦੋਸ਼ ਨਹੀਂ ਲਗਾ ਸਕਦਾ ਜੀ। ਮਹਾਪੁਰਖਾਂ ਕਾ ਬੋਲਣਾ ਹੋਵੇ ਕਿਤੈ ਪਰਥਾਏ, ਓਏ ਅੰਮ੍ਰਿਤ ਭਰੇ ਭਰਪੂਰ ਹਾਹੇ, ਉਹਨਾਂ ਤਿਲ ਨਾ ਤਮਾਏ। ਮਹਾਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ। ਸੰਤ ਅਤਰ ਸਿੰਘ ਜੀ ਮਹਾਰਾਜ ਇੱਕ ਗੱਲ ਕਹਿੰਦੇ ਸੀ ਕਿ ਕੋਈ ਸੰਤ ਬੋਲਦਾ ਹੋਵੇ, ਉਹਦੇ ਬੋਲ ਫਰਿਸ਼ਤੇ ਲੈ ਜਾਂਦੇ ਨੇ, ਔਰ ਜਦੋਂ ਸਮਾਂ ਆਉਂਦਾ ਹੈ ਉਹ ਬੋਲ ਪੁੱਗਦੇ ਨੇ। ਕਦੇ ਗੁਰਮੁਖਾਂ ਦੇ ਬੋਲ ਬੇਅਰਥ ਨਹੀਂ ਜਾਂਦੇ, ਅਨਰਥ ਨਹੀਂ ਜਾਂਦੇ। ਕਿਉਂ? ਕਿਉਂਕਿ ਉਹ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਉਹ ਅੰਮ੍ਰਿਤ ਦੇ ਨਾਲ ਭਰੇ ਹੁੰਦੇ ਨੇ। ਤਿਲ ਜਿਤਨੀ ਵੀ ਉਹਨਾਂ ਦੇ ਦਿਲ ਵਿੱਚ ਤਮਾ ਨਹੀਂ ਆਉਂਦੀ, ਅਗਿਆਨਤਾ ਨਹੀਂ ਆਉਂਦੀ, ਕੋਈ ਖਿੱਚ ਨਹੀਂ ਆਉਂਦੀ ਜੀ। ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ, ਸੇਵਡ ਭਾਗੀ ਜੇ ਉਹਨਾਂ ਮਿਲ ਰਹੇ, ਅਨ ਦਿਨ ਨਾਮ ਲਾਏ ਨਾ। ਜਿਹੜੇ ਗੁਣਕਾਰੀ ਹਨ ਉਹ ਕੀ ਕਰਦੇ ਨੇ? ਗੁਣਕਾਰੀ ਗੁਣ ਸੰਗ੍ਰਹਿ, ਤੇ ਉਹ ਗੁਣਾਂ ਨੂੰ ਇਕੱਠਾ ਕਰਦੇ ਨੇ। ਆਪ ਵੀ ਗੁਣਾਂ ਨੂੰ ਇਕੱਠਾ ਕਰਦੇ ਨੇ ਤੇ ਹੋਰਨਾਂ ਨੂੰ ਵੀ ਉਹ ਉਪਦੇਸ਼ ਕਰਦੇ ਨੇ ਕਿ ਤੁਸੀਂ ਵੀ ਇਹ ਚੰਗੇ ਗੁਣ ਇਕੱਠੇ ਕਰਦੇ ਜਾਓ, ਚੰਗੇ ਗੁਣ ਇਕੱਠੇ ਕਰਦੇ ਜਾਓ। ਤਾਂ ਧੰਨ ਗੁਰੂ ਅਮਰਦਾਸ ਸਾਹਿਬ ਦੇ ਬੋਲ ਨੇ ਕਿ ਉਹ ਸੇਵਕ ਗੁਰੂ ਦੇ ਪਿਆਰ ਵਾਲੇ, ਉਹ ਵਡਭਾਗੀ ਨੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ। ਦਿਨ ਔਰ ਰਾਤ ਉਹਨਾਂ ਦੇ ਕੋਲ ਬੈਠ ਕੇ ਇਲਾਹੀ ਬੋਲ ਸੁਣਦੇ ਨੇ, ਤੇ ਫਿਰ ਉਹ ਵੀ ਸਮਾਂ ਪਾ ਕੇ ਨਾਮ ਦੀ ਕਦਰ ਸਮਝ ਲੈਂਦੇ ਨੇ, ਨਿਰੰਕਾਰ ਦੀ। ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ ਜੋ ਗੁਰਮੁਖਾਂ ਦੀ ਸੰਗਤ ਵਿੱਚ ਬੈਠਦੇ ਨੇ ਜੀ। ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ, ਏਕੋ ਹੈ ਦਾਤਾਰ ਸੱਚਾ ਆਪ ਧਣੀ। ਤੇ ਕਈ ਦਫਾ ਮਨੁੱਖ ਚਿੰਤਾ ਕਰਦਾ ਹੈ ਰੋਜੀ ਦੀ। ਰੋਜ਼ ਅਸੀਂ ਬੋਲ ਪੜ੍ਹਦੇ ਹਾਂ
काहे रे मन चित में उदम, जा आहर हर जियो परिया, सैल पत्थर में जंत उपाए, तांका रिजक आगे कर दरिया। साहब कहते ने तू रोजी दी चिंता ना कर, तू राजक दा चिंतन कर, राजक दा सिमरन कर, क्योंकि रोजी दी चिंता राजक दे झोली विच है और राजक दा चिंतन आप जी दी झोली विच है। ध्यान दे नाल सुनना, मैं फिर अर्ज करा। रोजी दी चिंता रब दे कोल है और रब दा चिंतन आप जी दे कोल है। आप जी ने चिंतन करना है, चिंता नहीं करनी है। लेकिन होया कि गुस्ताखी माफ पुठा कम कर बैठे, चिंता असी करदे पे रोजी दी और चिंतन कोई होर करदा पिया है। कहंदे ने नहीं, तू ਉਹਦਾ चिंतन कर, वो हर एक ਨੂੰ संभाल संभाल के रोजी देंदा है जिन्हां ने ये सृष्टि बनाई है। क्योंकि दातार वो एक आप है, वो सच्चा है, आप है ते धनी है, वो मालिक है, ਉਹਦੇ ਹੱਥ ਵਿੱਚ ਰਿਜ਼ਕ ਹੈ ਤੇ ਉਹਦੀ ਇਬਾਦਤ ਕਰ ਜੀ। ਸੋ ਸੱਚ ਤੇਰੇ ਨਾਲ ਹੈ, ਗੁਰਮੁਖ ਨਦਰ ਨਿਹਾਲ, ਆਪੇ ਬਖਸ਼ੇ ਮੇਲ ਲਏ, ਸੋ ਪ੍ਰਭ ਸਦਾ ਸਮਾਲ। ਅਕਸਰ ਮਨੁੱਖ ਕਹਿ ਦਿੰਦਾ ਹੈ ਕਿ ਨਾਮ ਜਪਣ ਵਾਲੇ ਵੀ ਕਹਿ ਦਿੰਦੇ ਨੇ, ਗਿਆਨੀ ਜੀ ਸਿਮਰਨ ਬਹੁਤ ਕਰਦੇ ਹਾਂ ਪਰ ਫਿਰ ਵੀ ਦੁੱਖ ਹੀ ਦੁੱਖ ਨੇ, ਦੁੱਖ ਹੀ ਦੁੱਖ ਨੇ। ਫਲਾਣੇ ਬੰਦੇ ਨੂੰ ਦੇਖ ਲਵੋ, ਕਦੇ ਸਿਮਰਨ ਸਾਧਨਾ ਨਹੀਂ ਹੈ ਫਿਰ ਵੀ ਸੁੱਖ ਹੀ ਸੁੱਖ ਨੇ। ਤਾਂ ਆਲਮਾ ਦਾ ਕਹਿਣਾ ਹੈ, ਐ ਪੁਰਖਾ ਤੇਰੇ ਕੋਲ ਸਿਮਰਨ ਸਾਧਨਾ ਹੈ ਪਰ ਦੁੱਖ ਹੀ ਦੁੱਖ ਹਨ। ਤਾਂ ਇੱਕ ਗੱਲ ਚੇਤੇ ਰੱਖਣਾ, ਸਿਮਰਨ ਕਰਕੇ ਗੁਰੂ ਤੇਰੇ ਨਾਲ ਹੈ, ਪ੍ਰਭੂ ਤੇਰੇ ਨਾਲ ਹੈ। ਔਰ ਉਸ ਮਨੁੱਖ ਦੇ ਕੋਲ ਸਿਮਰਨ ਸਾਧਨਾ ਨਹੀਂ ਹੈ, ਸੁੱਖ ਬੇਸ਼ੱਕ ਉਹਦੇ ਕੋਲ ਨੇ ਪਰ ਪਰਮਾਤਮਾ ਉਹਦੇ ਨਾਲ ਨਹੀਂ ਹੈ, ਨਾਲ ਨਹੀਂ ਹੈ। ਉਹ ਸੱਚ ਤੇਰੇ ਨਾਲ ਹੈ, ਗੁਰਮੁਖ ਨਦਰ ਨਿਹਾਲ। ਗੁਰੂ ਦੇ ਬੋਲ ਸੁਣ ਸੁਣ ਕੇ ਤੈਨੂੰ ਸਮਝ ਆਵੇਗੀ, ਕਿਉਂਕਿ ਆਪੇ ਬਖਸ਼ੇ ਮੇਲਿਅਨ, ਉਹ ਆਪ ਰਹਿਮਤ ਕਰਕੇ, ਬਖਸ਼ਿਸ਼ ਕਰਕੇ, ਉਹ ਆਪ ਆਪਣਾ ਨਾਮ ਦੇ ਕੇ, ਰਹਿਮਤ ਕਰਕੇ ਉਹ ਆਪ ਮਿਲਨ ਕਰਦਾ ਹੈ ਜੀ। ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ, ਪ੍ਰਭ ਮਿਲੇ ਤਾਂ ਮਿਲ ਰਹਿ, ਹਉਮੈ ਸ਼ਬਦ ਜਲਾਏ। ਅਕਸਰ ਦੇਖਣ ਵਿੱਚ ਆਇਆ, ਇਹ ਨਿਯਮ ਹੈ ਕੁਦਰਤ ਦਾ, ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਨਹੀਂ ਹੁੰਦਾ ਕਦੇ ਵੀ। ਸਜਾਤੀ ਮੇਲ ਲੱਕੜੀ ਦਾ, ਲੱਕੜੀ ਨਾਲ ਮੇਲ ਸਜਾਤੀ ਮੇਲ ਹੈ। ਸੋਨੇ ਦਾ ਸੋਨੇ ਨਾਲ ਮੇਲ ਸਜਾਤੀ ਮੇਲ ਹੈ। ਲੋਹੇ ਦਾ ਲੋਹੇ ਨਾਲ ਮੇਲ ਸਜਾਤੀ ਹੈ। ਪਰ ਜੇ ਕਿਧਰੇ ਕਹਿ ਦਈਏ ਇੱਕ ਤਰਫ ਲੋਹਾ ਹੋਵੇ, ਦੂਜੇ ਤਰਫ ਸੋਨਾ ਹੋਵੇ, ਸਜਾਤੀ ਮੇਲ ਨਹੀਂ ਹੈ, ਇਹ ਵਿਜਾਤੀ ਮੇਲ ਹੋ ਗਈ। ਪਰਮਾਤਮਾ ਸੱਚ ਹੈ, ਪਰ ਜੇ ਕਿਧਰੇ ਮਨੁੱਖ ਝੂਠ ਦਾ ਸਹਾਰਾ ਲੈ ਕੇ ਉਹਦੇ ਕੋਲ ਜਾਣਾ ਚਾਹਵੇ, ਗੁਸਤਾਖੀ ਮਾਫ ਨਹੀਂ ਜਾ ਸਕਦਾ, ਕਿਉਂਕਿ ਵਿਜਾਤੀ ਮੇਲ ਹੈ, ਸਜਾਤੀ ਮੇਲ ਚਾਹੀਦਾ ਹੈ। ਤਾਂ ਸਾਹਿਬ ਕਹਿੰਦੇ ਨੇ ਕਿ ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ। ਮਨ ਤਾਂ ਮੈਲਾ ਹੈ ਪਰ ਪਰਮਾਤਮਾ ਸੱਚ ਹੈ, ਮਿਲਨ ਕਿਵੇਂ ਹੋਵੇ? ਤਾਂ ਸਾਹਿਬ ਕਹਿੰਦੇ ਨੇ ਪ੍ਰਭ ਮੈਲੇ ਤਾਂ ਮਿਲ ਰਹੇ, ਹਉਮੈ ਸ਼ਬਦ ਜਲਾਏ। ਜਦੋਂ ਹਉਮੈ ਖਤਮ ਹੋ ਜਾਂਦਾ। ਹੁਣ ਮੈਂ ਇੱਕ ਛੋਟੀ ਜਿਹੀ ਅਰਜ਼ ਕਰਾਂ, ਜੇ ਧਨ ਇਕੱਠਾ ਕਰਨਾ ਹੋਵੇ ਬਹੁਤ ਸਾਰਾ ਕੰਪੀਟੀਸ਼ਨ ਹੈ, ਦੀਵਾਰ ਖੜੀ ਹੈ। ਨੌਕਰੀ ਲੈਣੀ ਹੋਵੇ ਬਹੁਤ ਕੰਪੀਟੀਸ਼ਨ ਹੈ, ਦੀਵਾਰ ਖੜੀ ਹੈ। ਰੁਤਬਾ ਹਾਸਲ ਕਰਨਾ ਹੋਵੇ ਬਹੁਤ ਕੰਪੀਟੀਸ਼ਨ ਹੈ, ਦੀਵਾਰਾਂ ਖੜੀਆਂ ਹੋਈਆਂ ਨੇ। ਪਰ ਮੈਂ ਇੱਕ ਅਰਜ਼ ਕਰਾਂ, ਰੱਬ ਦੇ ਨਾਲ ਮਿਲਣਾ ਹੋਵੇ ਕੋਈ ਦੀਵਾਰ ਨਹੀਂ ਹੈ, ਕੋਈ ਕੰਪੀਟੀਸ਼ਨ ਨਹੀਂ ਹੈ, ਕੁਛ ਵੀ ਨਹੀਂ। ਪਰ ਹਾਂ ਜੇ ਕਿਧਰੇ ਦੀਵਾਰ ਹੈ ਤੇ ਗੁਸਤਾਖੀ ਮਾਫ ਉਹ ਅਸੀਂ ਖੁਦ ਹੀ ਹਾਂ। ਹਉ ਮੈਂ ਸੀ, ਮੈਂ ਹਾਂ, ਮੈਂ ਹੀ ਰਵਾਂ, ਮੇਰੀ ਹੀ ਉੰਦ ਰਵੇ। तो एक आलम कहता है, ना था कुछ तो खुदा था, कुछ ना होता तो खुदा होता, डुबोया मुझको होने ने, ना होता मैं तो क्या होता। कहते ने तू इस हौमे नू खत्म कर तां तेरा मिलन होवेगा। सो साहो सच्चा विसरै त्रिग जीवन संसार, नदर करे ना विसरै गुरमति विचार। ऐसा प्रभु जे किधरे विसर जावे, जेड़ा कि सच्चा मालिक है वो विसर जावे,
ऐ पुरखा तेरा जीना दरग है, दरग। धन गुरु गोबिंद सिंह महाराज भाई साहब ने पुछदे ने, भाई नंदलाल जी नूं, भाई साहब जी एक गल दस, तू कदे कोई ऐसा काम कीता है जो करके पछताना पिया होवे? भाई साहब जी कहन लगे, महाराज दिन विच पता नहीं कितनी दफा ऐसा कर्म हो जाता है जो फिर मैनू पछताना पैंदा है। हद हो गई भाई साहब जी। कदे तो तू कहंदा है हवाए बंदगी आवरद दर वजूद मरा, वगर ना जौक चो नी आमदन नाबूद मरा। कदे कहंदा है तेरी बंदगी मैनू खिंच के लियाई है, कदे कह दिंदा है मेरे तो भी कर्म हो जाते हैं, मैं फिर बाद विच पछताना। तो जरा मैनू भी दस किहड़े कर्म हो गए तेरे तो भाई साहब जी कहन लगे, जदों तू विसर जाता है उदों मैनू पछतावा हुंदा है, उदों मैं समझना दृग जीवन संसार, नदर करे ना विसरे गुरमती विचार। मेरे ते रहमत कर, मैनू तू कदे भी ना विसरे। सतगुर मिले ता मिल रहा, साच रखा उर तार। मिलिया हुए ना भी छोड़े, गुर कै हेत प्यार। कहंदे ने फिर मिलन भी किवें होवे? पातशाह जी मेरा जीवन तां पंगू है, तू मेरे ते रहमत कर, तू मेरी उंगली फट। सतगुरु मेले तां मिल रहा, साच रखों उरदार। मैं अपने उर विच हिरदे विच तैनूं धारण करके रखिया, क्योंकि मिलिया होए ना विछड़े गुर के हेत प्यार। एक दफ़ा मिलन हो गया फिर विछोड़ा नहीं होंदा, नहीं होंदा फिर, क्योंकि ये बहुत वड्डा बिरद है। धन गुरु गोबिंद सिंह महाराज की मैंने छोटी जी गल चेते आ गई। किसी सिख ने पूछ लिया कि महाराज जे किधरे कोई सिख उंगली छड़ा के चला जावे, आप जी नूं छड्ड के चला जावे, फिर? धन गुरु गोबिंद सिंह महाराज कहन लगे, बेशक वो पिठ दे के चला जावे, पर मैं पिठ कदे भी नहीं देंदा सिख नूं, कदे नहीं देंदा। मैं उसनों तकदा रहना कि किस वेले ये मैनू देखे, मैं फिर अपने कोल बुला लवां, फिर अपने कोल बिठा लवां। ये प्यार, ये रहमत वो आप करदा है। मिलिया होए ना विछड़े गुर के हेत प्यार। उहदे नाल प्यार कीता, कहंदे ने फिर विछोड़ा नहीं होवेगा जी। पिरसाला ही अपना गुर कै शब्द विचार। मिल प्रीतम सुख पाया शोभावंती नार। पिरसाला ही अपना गुर कै शब्द विचार। गुरु शब्द दे राही, विचार दे राही उसकी इबादत कर। तो मैं कई दफा अर्ज करना, धन गुरु ग्रंथ साहिब की बाणी का भावें एक अंग पढ़ो, पर विचार विचार के पढ़ो। गुरु साहिब जी की कह रहे हैं, की कह रहे हैं? जे विचार करके असी पढ़ांगे तो साहिब कहते हैं, मिल प्रीतम सुख पाया शोभावंती नार। उस प्रीतम दे नाल मिलन हो गया, वो जीव स्त्री शोभावंती हो गई जी। मनमुख मन न भिजई, अत मैले चित कठोर। सपै दुध पियाईए, अंदर विस निकोर। मनमुख मन न भिजई, अत मैले चित कठोर। मनमुख कौन है? मनमुख कहते ने जिन्हां दा खाना पीना उठना बैठना अपने मन के मुताबिक होवे, मनमुख है। और जिन्हां दी पूरी दिनचर्या गुरु दे दसे होए उपदेश के मुताबिक होवे, बस वही गुरमुख है। जिदा मुखड़ा गुरु वल है, गुरमुख है। और जिदा मुखड़ा जिन्हां दी बिरती अपने वल है, मनमुख है। तो साहिब कहते ने कि ऐसा मनुख तो इस तरह का है कि सप्पे दुध पियाई है, अंदर विष निकोर। ਉਹਦੇ अंदर तो विष है। और कई दफ़ा जे किधरे गौर मुताला करिए तो सप अपने ही जहर दे नाल इतना दुखी हो जाता है, मजबूरन उसनों थां थां ते जाके अपना जहर सुटना पैंदा है। तो मनमुख भी उसी तरह का ही है, ਉਹਦੇ अंदर भी विकारां दा जहर भरिया रहता है जी। आप करे किसे आखिए, आपे बख्शनहार। गुर सबदी मैल उतरै,
ਤਾਂ ਸੱਚ ਬਣਿਆ ਸੀਗਾਰ। ਇੱਥੇ ਅਰਜ਼ ਕੀਤੀ ਹੈ, ਐ ਪ੍ਰਭੂ ਹੁਣ ਜੀਵ ਦਾ ਵੀ ਕੀ ਦੋਸ਼ ਹੈ, ਜੀਵ ਦੇ ਵਸ ਵਿੱਚ ਕੀ ਹੈ, ਤੂੰ ਆਪ ਹੀ ਬਖਸ਼ਣਹਾਰ ਹੈ, ਤੂੰ ਰਹਿਮਤ ਕਰ, ਆਪਣਾ ਸ਼ਬਦ ਦੇ ਕੇ ਔਰ ਇਸ ਨੂੰ ਸੰਵਾਰ ਲੈ, ਇਸ ਤੇ ਰਹਿਮਤ ਕਰਕੇ ਇਸ ਦਾ ਜੀਵਨ ਨਿਹਾਲ ਕਰ ਦੇ। ਸੱਚਾ ਸਾਹੋ ਸੱਚੇ ਵਨ ਜਾਰੀ, ਉਥੈ ਕੂੜੇ ਨਾ ਟਿਕਾਨ, ਉਹਨਾਂ ਸੱਚ ਨਾ ਭਾਵਈ, ਦੁੱਖ ਹੀ ਮਾਹੇ ਪਚਾਨ। ਕਹਿੰਦੇ ਨੇ ਉਹ ਸ਼ਾਹ ਆਪ ਸੱਚਾ ਹੈ, ਉਹਦੇ ਵਣਜਾਰੇ ਵੀ ਸੱਚੇ ਨੇ, ਪਰ ਉੱਥੇ ਜਿਹੜੇ ਝੂਠੇ ਨੇ ਉੱਥੇ ਉਹ ਟਿਕ ਨਹੀਂ ਪਾਉਂਦੇ। ਕਿਉਂ? ਕਿਉਂਕਿ ਉਹਨਾਂ ਸੱਚ ਨਾ ਭਾਵਈ, ਦੁਖੀ ਮਾਹੇ ਪਚਨ। ਕਹਿੰਦੇ ਨੇ ਉਸ ਝੂਠੇ ਮਨੁੱਖ ਨੂੰ ਸੱਚ ਕਬੂਲ ਨਹੀਂ ਹੈ, ਕਿਉਂਕਿ ਉਹਦੀ ਖੁਰਾਕ ਕੁਝ ਹੋਰ ਹੈ। ਤਾਂ ਸੱਚ ਦੇ ਦਰਬਾਰ ਵਿੱਚ ਸੱਚ ਦਾ ਹੀ ਬੈਠਣਾ ਕਬੂਲ ਹੁੰਦਾ ਹੈ, ਉਸ ਇਲਾਹੀ ਦਰਗਾਹ ਵਿੱਚ। ਹਉਮੈ ਮੈਲਾ ਜਗ ਫਿਰੈ, ਮਰ ਜੰਮੈ ਵਾਰੋ ਵਾਰ, ਪਇਐ ਕਿਰਤ ਕਮਾਵਨਾ, ਕੋਏ ਨਾ ਮਿਟਨ ਹਾਰ। ਇਹ ਬਹੁਤ ਵੱਡਾ ਰੋਗ ਮਨੁੱਖ ਦੇ ਵਿੱਚ ਹੈ। ਮੈਂ ਕੀਤਾ, ਮੈਂ ਨਾ ਹੁੰਦਾ ਨਹੀਂ ਹੋਣਾ ਸੀ, ਇਹ ਮੇਰੇ ਕਰਕੇ ਹੋਇਆ, ਪਰਿਵਾਰ ਮੇਰੇ ਕਰਕੇ ਚੱਲ ਰਿਹਾ ਹੈ। ਕਹਿੰਦੇ ਨੇ ਹਉਮੈ ਮੈਲਾ ਜਗ ਫਿਰੈ, ਮਰ ਜੰਮੇ ਵਾਰੋਂ ਵਾਰ। ਹਉਮੈ ਕਰਕੇ ਹੀ ਜਨਮ ਹੁੰਦਾ ਹੈ, ਹਉਮੈ ਕਰਕੇ ਹੀ ਮੌਤ ਹੋ ਜਾਂਦੀ ਹੈ। ਪਈਏ ਕਿਰਤ ਕਮਾਵਣਾ, ਕੋਈ ਨਾ ਮੇਟਣ ਹਾਰ। ਕਹਿੰਦੇ ਨੇ ਫਿਰ ਇਸੇ ਤਰ੍ਹਾਂ ਦੀ ਖੇਡ ਚੱਲਦੀ ਰਹਿੰਦੀ ਹੈ, ਵਾਰ-ਵਾਰ ਜੰਮਣਾ, ਵਾਰ-ਵਾਰ ਮਰਨਾ। ਫਿਰ ਇਸ ਜਨਮ ਔਰ ਮਰਨ ਦੇ ਗੇੜੇ ਨੂੰ ਕੋਈ ਵੀ ਨਹੀਂ ਮਿਟਾ ਸਕਦਾ ਜੀ। ਸੰਤਾ ਸੰਗਤ ਮਿਲ ਰਹੈ, ਤਾਂ ਸੱਚ ਲੱਗੈ ਪਿਆਰ, ਸੱਚ ਸਲਾਹੀ ਸੱਚ ਮਨ, ਦਰ ਸੱਚੈ ਸਚਿਆਰ। ਤੇ ਜੇ ਕਿਧਰੇ ਸੱਚ ਦੀ ਸੰਗਤ ਵਿੱਚ ਤੂੰ ਬੈਠਾ ਰਵੇਂ, ਤੇਰੇ ਅੰਦਰ ਇੱਕ ਪ੍ਰੇਮ ਉਮੜੇਗਾ, ਪਿਆਰ ਪੈਦਾ ਹੋਵੇਗਾ, ਔਰ ਸੱਚ ਸਲਾਹੀ ਸੱਚ ਮਨ, ਦਰ ਸੱਚੇ ਸਚਿਆਰ। ਕਿਉਂਕਿ ਕਈ ਦਫਾ ਮੈਂ ਅਰਜ਼ ਕਰਨਾ, ਔਰ ਆਪ ਜੀ ਜਦੋਂ ਜਪ ਬਾਣੀ ਪੜ੍ਹਦੇ ਹੋ, ਉਹਦੇ ਵਿੱਚੋਂ ਇੱਕੋ ਹੀ ਸਵਾਲ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਸਚਿਆਰ ਕਿਵੇਂ ਹੋਈ ਹੈ, ਦੀਵਾਰ ਕਿਵੇਂ ਟੁੱਟੇ? ਤਾਂ ਸਾਹਿਬ ਕਹਿੰਦੇ ਨੇ ਤੂੰ ਸੱਤ ਦੀ ਸੰਗਤ ਵਿੱਚ ਬੈਠ, ਤੇਰਾ ਹਉਮੈ ਖਤਮ ਹੋਵੇ, ਤੇਰੀ ਹੰਕਾਰ ਦੀ ਬਿਰਤੀ ਦਾ ਨਾਸ਼ ਹੋਵੇ। ਗੁਰਪੂਰੇ ਪੂਰੀ ਮਤ ਹੈ, ਅਹਨਿਸ ਨਾਮ ਧਿਆਈ, ਹਉਮੈ ਮੇਰਾ ਵੱਡ ਰੋਗ ਹੈ, ਵਿੱਚੋਂ ਠਾਕ ਰਹਾਈ। ਕਹਿੰਦੇ ਨੇ ਜਿਹੜੀ ਗੁਰੂ ਦੀ ਮਤ ਹੈ ਉਹ ਪੂਰੀ ਮਤ ਹੈ, ਤਾਂ ਉਸ ਨੂੰ ਗਾ ਕੇ ਤੂੰ ਆਪਣੀ ਵੀ ਮਤ ਪੂਰੀ ਕਰ ਲੈ। ਕਬੀਰ ਸਾਹਿਬ ਅਕਸਰ ਕਹਿੰਦੇ ਸੀ, ਕਬੀਰ ਇਹ ਤਨ ਜ਼ਹਿਰ ਕੀ ਬੇਲੜੀ, ਗੁਰੂ ਅੰਮ੍ਰਿਤ ਕੀ ਖਾਨ, ਸ਼ੀਸ਼ ਦੀਏ ਅੰਮ੍ਰਿਤ ਮਿਲੇ ਤੋ ਵੀ ਸਸਤਾ ਜਾਨ। ਵਾਹ! ਕਹਿੰਦੇ ਨੇ ਇਹ ਤਨ ਜ਼ਹਿਰ ਦੀ ਬੇਲੜੀ ਹੈ, ਗੁਰੂ ਖਾਨ ਹੈ ਅੰਮ੍ਰਿਤ ਦੀ। ਤੇ ਜੇ ਕਿਧਰੇ ਹਉਮੈ ਮੇਰਾ ਵੱਡਾ ਰੋਗ ਹੈ, ਕਹਿੰਦੇ ਨੇ ਵਿੱਚੋਂ ਠਾਕ ਰਹਾ ਹੈ। ਜੇ ਕਿਧਰੇ ਦੀਵਾਰ ਹੈ ਨਿਰੰਕਾਰ ਦੇ ਨਾਲ ਮਿਲਣ ਵਿੱਚ, ਹੋਰ ਕੋਈ ਦੀਵਾਰ ਨਹੀਂ ਹੈ। ਗੁਸਤਾਖੀ ਮਾਫ, ਅਸੀਂ ਖੁਦ ਹੀ ਦੀਵਾਰ ਹਾਂ, ਸਾਡਾ ਹੰਕਾਰ ਦੀਵਾਰ ਹੈ। ਮਿਟਾ ਦੇ ਆਪਣੀ ਹਸਤੀ ਕੋ, ਅਗਰ ਕਛ ਮਰਤਬਾ ਚਾਹੇ, ਕਿ ਦਾਨਾ ਖਾਕ में मिल के गुले गुलजार होता है। हाँ जी। ਗੁਰ ਸਾਲਾਹੀ ਆਪਣਾ, ਨਿਵ ਨਿਵ ਲਾਗਾ ਪਾਏ, ਤਨ ਮਨ ਸੌਂਪੀ ਆਗੈ ਧਰੀ, ਵਿੱਚੋਂ ਆਪ ਗਵਾਏ। ਗੁਰੂ ਦੀ ਸਲਾਨਾ ਕਰਦਿਆਂ ਕਰਦਿਆਂ ਜੀਵਨ ਵਿੱਚ ਇਤਨੀ ਨਿਮਰਤਾ ਆ ਗਈ, ਨਿਵ ਨਿਵ ਲਾਗਾ ਪਾਏ, ਨਿਵ ਨਿਵ ਲਾਗਾ। ਫਿਰ ਇਹ ਨਹੀਂ ਦੇਖਣਾ ਕਿ ਮੈਂ ਜਿਹਦੇ ਸਾਹਮਣੇ ਝੁਕਦਾ ਪਿਆ ਇਹ ਕੌਣ ਹੈ, ਕਿਉਂਕਿ ਸ਼ਬਦ ਬਹੁਤ ਵੱਡਾ ਸੀ ਤੇ ਗਹਿਰਾਈ ਵਿੱਚ ਨਹੀਂ ਜਾ ਪਾਏ। ਤਾਂ ਇੱਕ ਆਲਮ ਦਾ ਕਹਿਣਾ ਹੈ ਕਿ ਬੇਖੁਦੀ में हम तो तेरा दर समझ कर झुक गए, अब तो ही मालूम कि वो काबा था कि बुतखाना था। हर ਥਾਂ ਤੇ ਨਿਮਰਤਾ, ਹਰ ਥਾਂ ਤੇ ਝੁਕਣਾ। ਤਾਂ ਇਸ ਤਰ੍ਹਾਂ ਤਨ ਮਨ ਸੌਂਪੇ ਆਗੇ ਧਰੀ, ਵਿੱਚੋਂ ਆਪ ਗਵਾਏ। ਮੈਂ ਆਪਣਾ ਸਭ ਕੁਝ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ ਜੀ। ਖਿੰਚੋ ਤਾਨ ਵਿਗੁਚੀਐ, ਏਕਸ ਸਿਉ ਲਿਵ ਲਾਏ, ਹਉਮੈ ਮੇਰਾ ਛੱਡ ਤੂੰ, ਤਾਂ ਸੱਚ ਰਹਿ ਸਮਾਏ। ਖਿੱਚੋ ਤਾਣ ਹੀ ਚਲਦੀ ਰਹਿੰਦੀ ਹੈ ਸਾਡੇ ਵਿੱਚ, ਜੀਵਨ ਦੇ ਵਿੱਚ, ਸਾਡੀ ਗਿਆਨੇਂਦਰੀਆਂ ਦੀ। ਤੇ ਕਹਿੰਦੇ ਨੇ ਇਹਨਾਂ ਦਾ ਖਾਤਮਾ ਹੋਵੇਗਾ ਜਦੋਂ ਤੂੰ ਇੱਕ ਨਾਲ ਪ੍ਰੀਤ ਜੋੜੇਗਾ। ਹਉਮੈ ਮੇਰਾ ਛੱਡ ਤੂੰ, ਤਾਂ ਸੱਚ ਰਹਿ ਸਮਾਏ। ਆਪਣਾ ਹੰਕਾਰ ਮਿਟਾ, ਸੱਚ ਵਿੱਚ ਲੀਨ ਹੋ। ਸਤਿਗੁਰ ਨੋ ਮਿਲੇ ਸੇ ਭਾਏਰਾ,
ਸੱਚਾ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੁੜੇ, ਦਰ ਸੱਚਾ ਦਿਸਨ। ਜਿਹੜੇ ਸੱਚ ਦੇ ਨਾਲ ਜੁੜ ਗਏ ਨੇ ਉਹੀ ਮੇਰੇ ਮਿੱਤਰ ਨੇ, ਉਹੀ ਮੇਰੇ ਭਾਈ ਨੇ। ਔਰ ਇੱਕ ਦਫਾ ਉਹਨਾਂ ਦੇ ਨਾਲ ਜਦੋਂ ਮਿਲਨ ਹੋਇਆ, ਸੱਚ ਮਿਲੇ ਸੇ ਨਾ ਵਿਛੜੈ, ਦਰ ਸੱਚੇ ਦਿਸਨ, ਉਹ ਇੱਥੇ ਵੀ ਸਾਡੇ ਸਾਥੀ ਨੇ, ਇਲਾਹੀ ਦਰਗਾਹ ਦੇ ਵਿੱਚ ਵੀ ਸਾਡੇ ਸਾਥੀ ਨੇ। ਸੇ ਭਾਈ ਸੇ ਸਜਣਾ, ਜੋ ਸੱਚਾ ਸੇਵਨ, ਅਵਗਣ ਵਿਕਣ ਪਲਰਣ, ਗੁਣ ਕੀ ਸਾਂਝ ਕਰਨ। ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਸੱਜਣ ਹੈ, ਜੋ ਸੱਚ ਦੀ ਇਬਾਦਤ ਕਰਦਾ ਹੈ। ਕਿਉਂਕਿ ਜਿਵੇਂ ਜਿਵੇਂ ਔਗੁਣ ਖਤਮ ਹੁੰਦੇ ਗਏ ਸਾਡੇ ਜੀਵਨ ਦੇ ਵਿੱਚੋਂ, ਗੁਣਾਂ ਦਾ ਵਿਕਾਸ ਹੁੰਦਾ ਗਿਆ, ਗੁਣਾਂ ਦੀ ਸਾਂਝ ਹੁੰਦੀ ਗਈ। ਗੁਣ ਕੀ ਸਾਂਝ ਸੁਖੀ ਉਪਜੈ, ਸੱਚੀ ਭਗਤ ਕਰੇਨ, ਸੱਚ ਵਣੰਜਹਿ ਗੁਰ ਸ਼ਬਦ ਸਿਉ, ਲਾਹਾ ਨਾਮ ਲਏਨ। ਗੁਰੂ ਦੇ ਗੁਣ ਇਕੱਠੇ ਕਰਦਿਆਂ ਕਰਦਿਆਂ, ਕਿਉਂਕਿ ਨਿਰੰਕਾਰ ਹੈ ਹੀ ਗੁਣਾਂ ਦਾ ਸਾਗਰ, ਗੁਣ ਇਕੱਠੇ ਕਰਦਿਆਂ ਕਰਦਿਆਂ ਜੀਵਨ ਦੇ ਵਿੱਚ ਭਗਤੀ ਦਾ ਆਵਿਰਭਾਵ ਹੋਇਆ। ਤੇ ਸਾਹਿਬ ਕਹਿੰਦੇ ਨੇ ਸੱਚ ਵਣਜੈ ਗੁਰ ਸ਼ਬਦ ਸਿਉ, ਲਾਹਾ ਨਾਮ ਲੈਣ। ਇਹੀ ਇੱਕ ਲਾਹਾ ਹੈ, ਇਹੀ ਮੁਨਾਫਾ ਹੈ। ਬਾਕੀ ਤਾਂ ਸਭ ਕੁਝ ਮਨੁੱਖ ਛੱਡ ਕੇ ਚਲਾ ਜਾਂਦਾ ਹੈ ਜੀ। ਸੋਇਨਾ ਰੂਪਾ ਪਾਪ ਕਰ ਕਰ ਸੰਚੀਐ, ਚੱਲੇ ਨਾ ਚਲਦਿਆਂ ਨਾਲ, ਵਿਨ ਨਾਵੇ ਨਾਲ ਨਾ ਚਲਸੀ, ਸਭ ਮੁੱਠੀ ਜਮਕਾਲ। ਮਨੁੱਖ ਦੀ ਇਹ ਚਾਹਤ ਹੁੰਦੀ ਹੈ, ਸੋਇਨਾ ਰੂਪਾ ਚਾਂਦੀ ਮੈਂ ਸਭ ਕੁਝ ਇਕੱਠਾ ਕਰ ਲਵਾਂ। ਸਾਹਿਬ ਕਹਿੰਦੇ ਨੇ ਫਿਰ ਪਾਪ ਵੀ ਕਰਨੇ ਪੈਂਦੇ ਨੇ। ਵਿਨ ਨਾਵੇਂ ਨਾਲ ਨਾ ਚਲਸੀ, ਸਭ ਮੁੱਠੀ ਜਮਕਾਲ। ਕਹਿੰਦੇ ਨੇ ਨਾਮ ਤੋਂ ਬਿਨਾ ਕਿਸੇ ਨੇ ਸਾਥ ਨਹੀਂ ਚੱਲਣਾ, ਫਿਰ ਠੱਗੇ ਹੀ ਗਏ ਨੇ। ਮਨ ਕਾ ਤੋ ਸਾਹਰ ਨਾਮ ਹੈ, ਹਿਰਦੈ ਰਖੋ ਸੰਭਾਲ, ਇਹੋ ਖਰਚ ਅਖੁੱਟ ਹੈ, ਗੁਰਮੁਖ ਨਿਭੈ ਨਾਲ। ਇਹ ਪੁਰਖਾ ਜਿਹੜਾ ਮਨ ਦਾ ਖਰਚਾ ਹੈ, ਉਹਨੂੰ ਆਪਣੇ ਦਿਲ ਦੇ ਵਿੱਚ ਵਸਾ, ਉਹ ਹੈ ਨਾਮ। ਉਹ ਹੈ ਐਸਾ ਖਰਚਾ ਕਿ ਜਿਹੜਾ ਕਦੇ ਜਿਹਦੇ ਵਿੱਚ ਤੋਟ ਨਹੀਂ ਆਉਂਦੀ, ਅਖੁੱਟ ਹੈ। ਗੁਰਮੁਖ ਨਿਭੈ ਨਾਲ, ਇਹ ਨਾਮ ਅਖੀਰ ਤੱਕ, ਓੜਕ ਤੱਕ ਤੇਰੇ ਨਾਲ ਨਿਭੇਗਾ ਜੀ। ਇਹ ਮਨ ਮੂਲੋ ਭੁੱਲਿਆ, ਜਸ ਹੈ ਪਤ ਗਵਾਏ, ਇਹੋ ਜਗਤ ਮੋਹਿ ਦੂਜੈ ਵਿਆਪਿਆ, ਗੁਰਮਤੀ ਸੱਚ ਤੇ ਆਏ। ਕਹਿੰਦੇ ਨੇ ਕਿ ਇਹ ਮਨ ਭੁੱਲ ਗਿਆ, ਜਿਹਦੇ ਕਰਕੇ ਆਪਣੀ ਇੱਜ਼ਤ ਗਵਾ ਬੈਠਾ ਹੈ। ਔਰ ਇਹ ਜਗਤ ਮੋਹ ਦੇ ਵਿੱਚ ਇੰਨਾ ਫਸ ਗਿਆ ਕਿ ਆਪਣੇ ਆਪ ਨੂੰ ਗੁਰੂ ਦੀ ਮੱਤ ਤੋਂ ਦੂਰ ਕਰ ਦਿੱਤਾ, ਜੋ ਚਾਹੀਦਾ ਸੀ ਸੱਚ ਦੇ ਨਾਲ ਪਿਆਰ ਕਰਨਾ। ਹਰ ਕੀ ਕੀਮਤ ਨਾ ਪਵੈ, ਹਰ ਜਸ ਲਿਖਣ ਨਾ ਜਾਈ, ਗੁਰ ਕੈ ਸ਼ਬਦ ਮਨ ਤਨ ਰਪੈ, ਹਰ ਸਿਉ ਰਹਿ ਸਮਾਈ। ਕਹਿੰਦੇ ਨੇ ਹਰੀ ਦੀ ਕੀਮਤ ਜਿਹੜੀ ਹੈ ਉਹ ਕੋਈ ਪਾ ਨਹੀਂ ਸਕਦਾ, ਹਰੀ ਦਾ ਜਸ ਜਿਹੜਾ ਉਹ ਅਸੀਂ ਲਿਖ ਨਹੀਂ ਸਕਦੇ, ਕਿਉਂਕਿ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਗੁਰ ਕੇ ਸ਼ਬਦ ਮਨ ਤਨ ਰਪੈ, ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਪ੍ਰੀਤ ਜੋੜਦਾ ਹੈ, ਉਹਦਾ ਮਨ ਵੀ ਰੰਗਿਆ ਗਿਆ, ਉਹਦਾ ਤਨ ਵੀ ਰੰਗਿਆ ਗਿਆ, ਔਰ ਰੂਹੇ ਜਮੀ ਤੇ ਆਣਾ ਉਹਦਾ ਸਫਲਾ ਹੋ ਗਿਆ ਜੀ। ਸੋ ਸਹੁ ਮੇਰਾ ਰੰਗੁਲਾ, ਰੰਗੇ ਸਹਿਜ ਸੁਭਾਈ, ਕਾਮਨ ਰੰਗ ਤਾਂ ਚੜੈ, ਜਾਂ ਪਿਰ ਕੈ ਅੰਕ ਸਮਾਈ। ਉਸ ਪ੍ਰਭੂ ਦਾ ਜਿਹੜਾ ਰੰਗ ਹੈ ਨਾਮ ਦਾ, ਉਹ ਤਾਂ ਚੜ੍ਹਦਾ ਹੈ ਜਦੋਂ ਮਨੁੱਖ ਦਾ ਜੀਵਨ ਸਹਿਜ ਹੋ ਜਾਂਦਾ ਹੈ। ਔਰ ਜੀਵ ਇਸਤਰੀ ਦੇ ਜੀਵਨ ਵਿੱਚ ਜਦੋਂ ਇਹ ਰੰਗ ਚੜ੍ਹ ਜਾਂਦਾ ਹੈ, ਕਹਿੰਦੇ ਨੇ ਗੁਰ ਕੈ ਅੰਕ ਸਮਾਏ। ਜੇ ਗੁਰੂ ਦੇ ਬੋਲ ਸੁਣ ਲੈਣੇ, ਗੁਰੂ ਦਾ ਉਪਦੇਸ਼ ਸੁਣ ਲਿਆ, ਇਹ ਨਾਮ ਦਾ ਰੰਗ ਫਿਰ ਤੇਰੇ ਤੇ ਵੀ ਚੜ੍ਹ ਜਾਵੇਗਾ ਜੀ। ਚਿਰੀ ਵਿਛੁੰਨੇ ਭੀ ਮਿਲਨ, ਜੋ ਸਤਿਗੁਰ ਸੇਵਨ, ਅੰਤਰ ਨਵ ਨਿਧ ਨਾਮ ਹੈ, ਖਾਨ ਖਰਚਨ ਨਾਨਕ ਖੁਟਈ, ਹਰ ਗੁਣ ਸਹਿਜ ਰਵਨ। ਬੇਸ਼ੱਕ ਮਨੁੱਖ ਕਿਤਨੇ ਹੀ ਜਨਮਾਂ ਤੋਂ ਭਟਕਦਾ ਆ ਰਿਹਾ ਹੈ, ਕਹਿਣ ਲੱਗੇ ਅੱਜ ਮੌਕਾ ਮਿਲਿਆ ਹੈ, ਤੂੰ ਅੱਜ ਉਹਦੇ ਨਾਲ ਪ੍ਰੀਤ ਜੋੜ। ਤੇਰੇ ਅੰਦਰ ਹੀ ਉਹ ਨਿਰੰਕਾਰ ਬੈਠਾ ਹੋਇਆ ਹੈ, ਤੇ ਉਹਦੀ ਆਰਾਧਨਾ ਕਰਦਿਆਂ ਅੰਤਰ ਨਵਨਿਧ ਨਾਮ ਹੈ, ਖਾਨ ਖਰਚਨ। ਕਹਿੰਦੇ ਨੇ ਇਹ ਕਦੇ ਨਿਖੁੱਟ ਹੈ, ਇਹ ਕਦੇ ਖੁੱਟਦਾ ਨਹੀਂ ਹੈ। ਤੇ ਗੁਣਾਂ ਦਾ ਇਹ ਵਪਾਰ ਕਰ, ਤਾਂ ਕਰਕੇ ਤੇਰਾ ਜੀਵਨ ਸਫਲ ਹੋ ਜਾਵੇ। ਨਾ ਹੋਏ ਜਨਮ ਹੈ ਨਾ ਮਰਹਿ, ਨਾ ਹੋਏ ਦੁਖ ਸਹਨ, ਗੁਰ ਰਾਖੇ ਸੇ ਉਬਰੇ, ਹਰ ਸਿਉ ਕੇਲ ਕਰਨ। ਕਹਿੰਦੇ ਨੇ ਜਿਹੜੇ ਮਨੁੱਖ ਨਾਮ ਦੇ ਨਾਲ ਜੁੜ ਗਏ ਨੇ, ਨਾ ਉਹ ਫਿਰ ਜਨਮ ਲੈਂਦੇ ਨੇ, ਨਾ ਉਹ ਮਰਦੇ ਨੇ, ਨਾ ਉਹਨਾਂ ਦੀ ਖਜਲ ਖੁਆਰੀ ਆਉਂਦੀ ਹੈ। ਉਹ ਨਿਰੰਕਾਰ ਦੇ ਦਰ ਤੇ ਪਹੁੰਚ ਗਏ, ਉਹ ਕਬੂਲ ਹੋ ਗਏ। ਔਰ ਜਿਤਨਾ ਵੀ ਸਮਾਂ ਉਹਨਾਂ ਨੂੰ ਹਾਸਿਲ ਹੋਇਆ, ਉਹ ਖੁਸ਼ੀਆਂ ਖੇੜਿਆਂ ਦੇ ਵਿੱਚ ਹੀ ਗੁਜ਼ਾਰ ਕੇ ਚਲੇ ਜਾਂਦੇ ਨੇ ਜੀ। ਸੱਜਣ ਮਿਲੇ ਨਾ ਵਿਛੁੜੇ, ਜੇ ਅਨ ਦਿਨ ਮਿਲੇ ਰਹਨ,
ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸੱਚ ਲਹਾਨਾ। ਜਦੋਂ ਉਸ ਸੱਜਣ ਦੇ ਨਾਲ ਮਿਲਨ ਹੋ ਗਿਆ, ਕਹਿੰਦੇ ਨੇ ਫਿਰ ਵਿਛੋੜਾ ਕਦੇ ਵੀ ਨਹੀਂ ਆਉਂਦਾ। ਉਹਦੀ ਐਨੀ ਰਹਿਮਤ ਹੋ ਜਾਂਦੀ ਹੈ, ਇਹ ਜਨਮ ਸੰਵਰ ਜਾਂਦਾ ਹੈ, ਰੂਹੇ ਜਮੀ ਤੇ ਆਉਣਾ ਸਫਲ ਹੋ ਜਾਂਦਾ ਹੈ। ਆਓ ਕਰੋ ਕਿਰਪਾ ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ। ਸੱਜਣ ਮਿਲੇ ਨਾ ਵਿਛੋੜੇ ਜੇ ਅਨ ਦਿਨ ਮਿਲੇ ਰਹਾਨਾ। ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸੱਚ ਲਹਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।